ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 13 ਅਗਸਤ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਵਾਗਤ ਹੈ ਮਿੰਟੂ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-00503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੇਲਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਟਰੱਕ ਟ੍ਰੇਲਰ ਦੇ ਲੋਨਸ ਦਾ ਕੰਮ ਵੀ ਕਰਦੇ ਹਨ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਰਾਜਾ ਵੜਿੰਗ ਨੇ ਤਿਰੰਗੇ ਦੇ ਨਾਂ ਦੇ ਉੱਤੇ ਹੋ ਰਹੇ ਧੱਕੇ ਦਾ ਮੁੱਦਾ ਉਭਾਰਿਆ। ਬਿਲਕੁਲ ਜੀ, ਇਹ ਉਭਾਰਨਾ ਚਾਹੀਦਾ। ਵੈਸੇ ਤਾਂ ਚਲੋ ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਨਰਿੰਦਰ ਮੋਦੀ ਦੇ ਮੂਵ ਦੇ ਵਿੱਚ ਕਈ ਵਾਰ ਆਪੋਜੀਸ਼ਨ ਫਸ ਜਾਂਦੀ ਆ, ਕਿਉਂਕਿ ਦੇਖੋ ਤਿਰੰਗੇ ਦਾ ਵਿਰੋਧ ਕਰਕੇ ਇਸ ਦੇਸ਼ ਦੇ ਵਿੱਚ ਰਾਜਨੀਤੀ ਨਹੀਂ ਕੀਤੀ ਜਾ ਸਕਦੀ। ਸਪਸ਼ਟ ਹੈ, ਖਿੱਤਾਵਾਦੀ ਰਾਜਨੀਤੀ ਦੀ ਸੰਭਾਵਨਾ ਹੋ ਸਕਦੀ ਹੈ ਕਿ ਕਿਸੇ ਖਿੱਤੇ ਦੇ ਵਿੱਚ ਤੁਸੀਂ ਆਪਣੀ ਰਾਜਨੀਤੀ ਨੂੰ ਮਜ਼ਬੂਤ ਕਰਨ ਵਾਸਤੇ ਤਿਰੰਗੇ ਦਾ ਵਿਰੋਧ ਕਰ ਲਓ, ਪਰ ਜੇ ਤੁਸੀਂ ਕੌਮੀ ਪੋਲਿਟਿਕਸ ਦੇ ਵਿੱਚ ਠਹਿਰਨਾ ਹੈ ਤਾਂ ਤੁਹਾਨੂੰ ਤਿਰੰਗੇ ਦੇ ਨਾਲ ਜੁੜਨਾ ਹੀ ਪਏਗਾ, ਤਿਰੰਗਾ ਫੜਨਾ ਹੀ ਪਏਗਾ। ਇਹੀ ਕਾਰਨ ਆ ਕਿ ਅਰਵਿੰਦ ਕੇਜਰੀਵਾਲ ਨੇ, ਜਿਵੇਂ ਇਹਨਾਂ ਨੇ ਤਿਰੰਗਾ ਮੁਹਿੰਮ ਐਲਾਨੀ 75ਵੇਂ ਆਜ਼ਾਦੀ ਸਾਲ ਤੇ, ਤਾਂ ਇਹਨਾਂ ਨੇ ਨਾਲ ਦੀ ਨਾਲ ਇੱਕ ਆਪਣੀ ਖਰਚੇ ਤੇ ਕੰਪੇਨ ਸਟਾਰਟ ਕਰ ਦਿੱਤੀ ਸੀ ਤਿਰੰਗੇ ਦੇ ਹੱਕ 'ਚ, ਅਰਵਿੰਦ ਕੇਜਰੀਵਾਲ ਉਹਨਾਂ ਨੇ। ਔਰ ਬੜੀਆਂ ਵੱਡੀਆਂ ਮਸ਼ਹੂਰੀਆਂ, ਵੱਡੇ ਇਸ਼ਤਿਹਾਰ ਜਿਹੜੇ ਟੈਲੀਵਿਜ਼ਨ ਚੈਨਲ ਤੇ ਆਉਂਦੇ ਨੇ ਤਿਰੰਗੇ ਨੂੰ ਲੈ ਕੇ। ਸੋ ਕਾਂਗਰਸ ਨੇ ਆਪ ਤਿਰੰਗਾ ਯਾਤਰਾਵਾਂ ਸ਼ੁਰੂ ਕੀਤੀਆਂ ਹੋਈਆਂ ਨੇ। ਮਸਲਨ ਮੇਰੇ ਖਿਆਲ ਦੇ ਨਾਲ ਖੇਮਕਰਨ ਤੋਂ ਸਟਾਰਟ ਹੋਇਆ ਸੀਗਾ ਇਹ ਸਿਲਸਿਲਾ, ਜਿਹਦੇ ਵਿੱਚ ਰਾਜਾ ਵੜਿੰਗ ਤੇ ਇਹਨਾਂ ਦੇ ਜਿਹੜੇ ਦੂਸਰੇ ਲੀਡਰ ਆ ਉਹ ਯਾਤਰਾਵਾਂ ਕਰ ਰਹੇ ਨੇ। ਤਾਂ ਮੈਂ ਜਿਵੇਂ ਕਿਹਾ ਕਿ ਮਜਬੂਰੀ ਹੋ ਜਾਂਦੀ ਹੈ, ਤੇ ਇਸੇ ਨੂੰ ਰਾਜਨੀਤੀ ਕਹਿੰਦੇ ਆ। ਤਾਂ ਉਹ ਰਾਜਨੀਤੀ ਵੀ ਉਹ ਕਿ ਬੜੀ ਚਪਲ ਚਲਾਕ ਰਾਜਨੀਤੀ, ਜਿਹਦੇ ਵਿੱਚ ਤੁਸੀਂ ਵਿਰੋਧੀ ਨੂੰ ਬਿਲਕੁਲ ਧਾਰਾਸ਼ਾਹੀ ਕਰ ਦਿਓ ਕਿ ਉਹਦੇ ਕੋਲ ਵਿਰੋਧਤਾ ਦਾ ਕੋਈ ਕਾਰਨ ਨਹੀਂ ਹੈ। ਪਰ ਹੁਣ ਕਾਂਗਰਸ ਦੀ ਚਲੋ ਇਹ ਮਜਬੂਰੀ ਆ ਕੌਮੀ ਪੋਲਿਟਿਕਸ ਦੇ ਵਿੱਚ। ਵੈਸੇ ਮੈਂ ਹੈਰਾਨ ਆ ਕਿ ਕੱਲ ਵੀ ਗੱਲ ਕੀਤੀ ਸੀ ਆਪਾਂ ਕਿ ਵੇਖੋ ਜਿਹੜੇ ਸਵਾਲ ਹੋਣੇ ਚਾਹੀਦੇ ਸੀਗੇ ਉਹ ਨਾ ਤਾਂ ਸਿੱਖ ਕਰ ਪਾ ਰਹੇ ਨੇ RSS ਵਾਲਿਆਂ ਨੂੰ, ਨਾ ਹੀ ਕਾਂਗਰਸ ਕਰ ਪਾ ਰਹੀ। ਚਲੋ ਸਿੱਖ ਵੀ ਨਾ ਕਰਨ, ਕੋਈ ਫਰਕ ਨਹੀਂ ਪੈਂਦਾ, ਬਟ ਦੂਸਰੇ ਪਾਸੇ ਮੁਸਲਮਾਨ ਤਾਂ ਅੱਜ ਕੱਲ ਬੋਲਦੇ ਹੀ ਨਹੀਂ, ਤਾਂ ਬੋਲਦੇ ਘੱਟ ਨੇ। ਦੂਸਰੇ ਪਾਸੇ ਜੇ ਦੇਖੋਗੇ ਤਾਂ ਕਾਂਗਰਸ ਨਹੀਂ ਬੋਲ ਰਹੀ, ਕਾਂਗਰਸ ਨਹੀਂ ਬੋਲ ਰਹੇ। ਇਹ ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਆ। ਕਿਉਂਕਿ ਜੇ ਇਤਿਹਾਸ ਦੇ ਪਰਪੇਖ 'ਚ ਝਾਕ ਕੇ ਦੇਖੋਗੇ ਤਾਂ ਸਾਵਰਕਰ ਨੇ ਜ਼ਰੂਰ ਆਪਣੀ ਰਿਹਾਇਸ਼ ਤੇ ਝੰਡਾ ਫਹਿਰਾਇਆ ਸੀਗਾ, ਝੰਡਾ ਫਹਿਰਾਇਆ ਨੇ ਮੁੰਬਈ। ਅਦਰਵਾਈਜ਼ ਜੇ ਤੁਸੀਂ ਦੇਖੋਗੇ ਸ਼ਿਆਮਾ ਪ੍ਰਸਾਦ ਮੁਖਰਜੀ ਜਾਂ ਉਸ ਵੇਲੇ ਦੇ ਤਤਕਾਲੀ RSS, ਸਾਰੇ RSS ਵਾਲੇ ਦੇ ਝੰਡੇ ਤੋਂ ਕਿਨਾਰਾ ਕਰ ਗਏ ਸੀ, ਤਿਰੰਗੇ ਤੋਂ। ਉਹਨਾਂ ਨੇ ਅਸ਼ੁਭ ਕਿਹਾ ਸੀਗਾ, ਪਟੇਲ ਨੇ ਉਹਦਾ ਜਵਾਬ ਦਿੱਤਾ ਸੀਗਾ ਕਿ ਤੁਸੀਂ ਤਿਰੰਗੇ ਯਾਨੀ 3 ਰੰਗਾਂ ਨੂੰ ਸ਼ੁਭ ਕਹਿ ਰਹੇ ਹੋ, ਤੀਜਾ ਰਲਿਆ ਝੁਕਾ ਗਲਿਆ ਵਾਂਗੂ। ਪਰੰਤੂ ਇੱਥੇ ਤ੍ਰਿਦੇਵ ਦੀ ਪਰੰਪਰਾ ਹੈ, ਮਤਲਬ ਕਿ ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਔਨ ਰਿਕਾਰਡ ਚੀਜ਼ਾਂ ਨੇ। ਫਿਰ RSS ਕਹਿੰਦਾ ਹੈ ਕਿ ਦੇਖੋ ਜੀ 52 ਸਾਲ ਸਾਨੂੰ ਇਸ ਕਰਕੇ ਲੱਗ ਗਿਆ ਹੈਡਕੁਆਟਰ ਤੇ ਝੰਡਾ ਫਹਿਰਾਉਣ 'ਚ, ਕਿਉਂਕਿ ਫਲੈਗ ਕੋਡ ਸੀਗਾ ਜਿਹਦਾ ਬਿਲਕੁਲ ਜਿੱਦਾਂ ਕਹੀਏ ਕਿ ਝੂਠ ਫੜਿਆ ਜਾਂਦਾ ਹੈ। ਤੁਸੀਂ ਆਪਣੇ ਸਕੂਲਾਂ 'ਚ ਝੰਡਾ ਫਹਿਰਾਉਂਦਿਆਂ ਦੇਖਿਆ ਹੋਏਗਾ ਨਾ, 15 ਅਗਸਤ 26 ਜਨਵਰੀ, ਇਹ ਕੁਝ ਦਿਨ ਸੀਗੇ ਜਦੋਂ ਝੰਡੇ ਤੇ ਫਲੈਗ ਕੋਡ ਹਟ ਜਾਂਦਾ ਸੀਗਾ ਜੀ। ਫਿਰ
ਇਹਨਾਂ ਨੇ ਝੰਡਾ ਝੁਲਾਇਆ 2002 ਚ ਕਿਵੇਂ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਉਹ ਜ਼ਰੂਰ। ਕੇਸ ਨੰਬਰ ਜਿਹੜਾ 170 ਸੀਗਾ ਸ਼ਾਇਦ ਉਹਦੇ ਕਰਕੇ। ਕਿਉਂ? ਕਿਉਂਕਿ ਉਹਦੇ ਵਿੱਚ ਦੋ ਮੁੰਡਿਆਂ ਨੇ ਜਾ ਕੇ ਝੰਡਾ ਝੁਲਾ ਦਿੱਤਾ, ਝੰਡਾ ਫਹਿਰਾ ਦਿੱਤਾ ਹੈਡਕੁਆਟਰ ਤੇ ਇਹਨਾਂ ਨੇ ਉਹਨਾਂ ਤੇ ਕੇਸ ਕਰ ਦਿੱਤਾ ਸੀ ਆਰਐਸਐਸ ਵਾਲੇ। ਤਾਂ ਦੇਸ਼ ਦੇ ਵਿੱਚ ਸਵਾਲ ਖੜਾ ਹੋ ਗਿਆ ਕਿ ਬਈ ਤਿਰੰਗਾ ਝੁਲਾਉਣਾ, ਤਿਰੰਗਾ ਫਹਿਰਾਉਣਾ ਕੀ ਦੇਸ਼ ਧਰੋਹ ਹੈ? ਤਾਂ ਉੱਥੇ ਆਰਐਸਐਸ ਫਸ ਗਈ ਸੀ। ਹੁਣ ਜਦੋਂ ਆਪੋਜੀਸ਼ਨ ਕੋਲ ਇਸ ਤਰ੍ਹਾਂ ਦੇ ਇਤਿਹਾਸਕ ਫੈਕਟ ਹੋਣ ਤੇ ਆਪੋਜੀਸ਼ਨ ਕੁਛ ਨਾ ਕਰ ਸਕੇ, ਤੁਸੀਂ ਸਮਝ ਸਕੋ ਕਿ ਰਾਜਨੀਤੀ ਕਿੰਨੀ ਡੂੰਘੀ ਚੱਲਦੀ ਹੈ, ਕਿੰਨੀ ਡੂੰਘੀ ਚੱਲਦੀ ਹੈ। ਤਾਂ ਬਹਿਰਹਾਲ ਗੱਲ ਇਹ ਆ ਕਿ ਰਾਜਾ ਵੜਿੰਗ ਨੇ ਜ਼ਰੂਰ ਸਵਾਲ ਉਠਾਇਆ। ਦੇਖੋ ਤਿਰੰਗੇ ਤੋਂ ਕੋਈ ਪ੍ਰੋਬਲਮ ਨਹੀਂ, ਕਿਸੇ ਵੀ ਦੇਸ਼ ਦਾ ਝੰਡਾ ਹੈ, ਕੋਈ ਨਹੀਂ ਲਾਉਣਾ ਚਾਹੁੰਦਾ ਤਾਂ ਉਹਦੀ ਮਨਮਰਜ਼ੀ ਹੈ, ਬਟ ਇਹ ਹੈ ਕਿ ਕੋਈ ਅਪਮਾਨ ਥੋੜੀ ਕਰੇਗਾ। ਤਿਰੰਗੇ ਨਾਲ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈਗੀ, ਕੋਈ ਲਾਈ ਚੱਲੇ। ਪਰ ਦਿੱਕਤ ਕੀ ਹੈ ਕਿ ਦੇਖੋ ਕਿੰਨਾ, ਮੈਂ ਕਹੂੰਗਾ ਕਿ ਇੱਥੇ ਇਸ ਦੇਸ਼ ਦੇ ਵਿੱਚ ਅਜੀਬੋ-ਗਰੀਬ ਮਾਹੌਲ ਹੈ। ਵੀਡੀਓ ਵਾਇਰਲ ਹੋ ਰਹੀਆਂ ਨੇ, ਰਾਸ਼ਨ ਵਾਲਾ ਕਹਿੰਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਝੰਡਾ ਲੈ ਕੇ ਜਾਓ ਤਾਂ ਤੁਹਾਨੂੰ ਫ੍ਰੀ ਚ ਰਾਸ਼ਨ ਮਿਲੇਗਾ। ਕੋਈ ਗੱਲ ਹੈ ਇਹ? ਇੱਕ ਔਰਤ ਰੋਂਦੀ ਪਈ, ਕਹਿੰਦੀ ਮੇਰੇ ਘਰ 25 ਰੁਪਏ ਨਹੀਂ ਸੇ ਗਏ ਤੇ ਮੈਂ 4 ਕਿਲੋ ਰਾਸ਼ਨ ਦੀ ਕਟੌਤੀ ਕਰਵਾ ਕੇ ਆਈ ਹਾਂ, 4 ਕਿਲੋ ਰਾਸ਼ਨ ਕਟਵਾ ਕੇ ਛੱਡਣਾ ਪਿਆ। ਦੱਸੋ ਇਹ ਕਿਹੜੀ ਦੇਸ਼ ਭਗਤੀ ਹੈ? ਮੈਨੂੰ ਸਮਝ ਨਹੀਂ ਆਉਂਦੀ। ਭੁੱਖਾ ਢਿੱਡ ਕਿੱਥੋਂ ਦੇਸ਼ ਭਗਤੀ ਉਹਦੇ ਨਾਰੇ ਲਾ ਲਏਗਾ। ਆਪਾਂ ਕਹਿੰਦੇ ਨਾ ਆਪਣੇ ਪੰਜਾਬੀ ਚ ਆਮ ਕਹਾਵਤ ਹੈ ਕਿ ਭੁੱਖੇ ਤੋਂ ਖੰਡੇ ਨਹੀਂ ਵੱਜਦੇ ਜਾਂ ਭੁੱਖੇ ਤੋਂ ਭਗਤੀ ਨਹੀਂ ਹੁੰਦੀ। ਤਾਂ ਗੱਲ ਇਹ ਆ ਕਿ ਭੁੱਖੇ ਤੋਂ ਦੇਸ਼ ਭਗਤੀ ਵੀ ਨਹੀਂ ਹੁੰਦੀ। ਸੋ ਇਹ ਸਾਰਾ ਕੁਛ ਜਿਹੜਾ ਆ ਉਹ ਚੱਲਦਾ ਪਿਆ। ਹੁਣ ਸਾਡੇ ਇੱਥੇ ਕੀ ਹੋਇਆ ਕਿ 25 ਲੱਖ ਤਿਰੰਗਾ ਘੱਲ ਦਿੱਤਾ ਇਹਨਾਂ ਨੇ, ਕੇਂਦਰ ਵਾਲਿਆਂ ਨੇ। ਇਹਨਾਂ ਨੇ ਮੈਂ ਜਿਵੇਂ ਕਿਹਾ ਕਿ ਕੇਜਰੀਵਾਲ ਹੋਰੀ ਦੇਸ਼ ਪ੍ਰੇਮ ਦੇ ਮਾਮਲੇ ਚ ਜਾਂ ਕਹ ਲੋ ਰਾਸ਼ਟਰਵਾਦ ਦੇ ਮਾਮਲੇ ਚ ਕਿ ਅਸੀਂ ਬਹੁਤ ਜ਼ਿਆਦਾ ਰਾਸ਼ਟਰ ਪ੍ਰੇਮੀ ਆ, ਇਹ ਵਿਖਾਉਣ ਦੀ ਦੌੜ ਦੇ ਵਿੱਚ ਉਹ ਦੋ ਰੱਤੀਆਂ ਇਹਨਾਂ ਤੋਂ ਅੱਗੇ ਨੇ। ਹੁਣ ਇੱਥੇ ਪੰਜਾਬ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਪੰਚਾਇਤਾਂ ਨੂੰ, ਪੰਚਾਇਤ ਅਫਸਰਾਂ ਨੂੰ 5-5 ਹਜ਼ਾਰ ਰੁਪਏ ਐਵਰੇਜ, 4-4 ਹਜ਼ਾਰ, 3-3 ਹਜ਼ਾਰ ਪੰਚਾਇਤਾਂ ਤੋਂ ਲੈ ਰਹੇ ਨੇ ਝੰਡਿਆਂ ਦੇ। ਤੇ ਆਪਾਂ ਨੂੰ ਪਤਾ ਕਿ ਪਿੰਡਾਂ 'ਚ ਝੰਡੇ ਬਹੁਤੇ ਨਹੀਂ ਲੱਗਦੇ, ਪਰ ਪੰਚਾਇਤਾਂ ਤੋਂ ਉੱਕਾ ਲੈ ਰਹੇ ਨੇ। ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਘੱਲ ਦਿੱਤੇ ਗਏ, ਸਕੂਲਾਂ ਦੇ ਵਿੱਚ ਵੀ ਘੱਲ ਦਿੱਤੇ ਗਏ। ਤਾਂ ਇਹ ਇੱਕ ਵੜਿੰਗ ਨੇ, ਮੈਂ ਕਹੂੰਗਾ ਕਿ ਬਹੁਤ ਵਧੀਆ ਗੱਲ ਚੁੱਕੀ ਹੈ ਕਿ ਜਬਰਨ ਤੁਸੀਂ ਤੇ ਪੈਸੇ ਇਕੱਠੇ ਕਰ ਰਹੇ ਹੋ ਤਿਰੰਗੇ ਦੇ ਨਾਮ ਤੇ। ਇਹ ਕੋਈ ਵੀ ਨਹੀਂ ਬੋਲਿਆ ਪੰਜਾਬ ਦੀ ਪੋਲਿਟਿਕਸ ਚੋਂ, ਇੱਕ ਇਹੀ ਬੰਦਾ ਬੋਲਿਆ, ਜਾਂ ਸਾਡੇ ਵਰਗੇ ਮਾੜੇ ਮੋਟੇ ਜਿੱਥੇ ਪਲੇਟਫਾਰਮ ਨੇ ਉੱਥੇ ਬੋਲਦੇ ਆ ਕਿ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਸੂਲੀ ਹੈ, ਝੰਡੇ ਦੇ ਨਾਲ ਡੰਡਾ ਟੈਕਸ ਹੈ ਇਹ ਤੁਹਾਨੂੰ ਝੰਡਾ ਲੈਣਾ ਹੀ ਪਏਗਾ। ਸੋ ਇਸ ਕਰਕੇ ਬੜੀ, ਮੈਂ ਕਹੂੰਗਾ ਕਿ ਅਹਿਮਕਾਨਾ ਜੀ ਸੋਚ ਹੈ ਇਹਨਾਂ ਦੀ, ਮੂਰਖਾਨਾ ਜੀ ਸੋਚ ਆ ਕਿ ਤੁਸੀਂ ਇਸ ਤਰ੍ਹਾਂ ਜ਼ਬਰਦਸਤੀ ਝੰਡੇ ਵੇਚ ਕੇ, ਜ਼ਬਰਦਸਤੀ ਝੰਡੇ ਫਹਿਰਾ ਕੇ ਤੁਸੀਂ ਕਿਸੇ ਦੇ ਮਨ ਦੇ ਵਿੱਚ, ਕਿਸੇ ਦੀ ਰੂਹ 'ਚ ਰਾਸ਼ਟਰਵਾਦਤਾ ਪੈਦਾ ਕਰ ਸਕਦੇ ਹੋ। ਸੋ ਇਹ ਬਿਲਕੁਲ ਗਲਤ ਹੁੰਦਾ, ਕਿਉਂਕਿ ਜਦੋਂ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ, ਖੁਸ਼ੀ ਮਿਲਦੀ ਹੈ, ਕਿਤੇ ਬਰੋਬਰਤਾ ਮਿਲਦੀ, ਕਿਤੇ ਮੌਕੇ ਮਿਲਦੇ ਨੇ, ਕਿਤੇ ਸਨਮਾਨ ਮਿਲਦਾ, ਕਿਤੇ ਇੱਜ਼ਤ ਮਿਲਦੀ ਹੈ, ਤਾਂ ਚਾਹੇ ਤੁਸੀਂ ਪਰ ਮੁਲਕ 'ਚ ਵੀ ਚਲੇ ਜਾਓ, ਦੂਸਰੇ ਮੁਲਕ 'ਚ ਵੀ ਚਲੇ ਜਾਓ, ਤੁਸੀਂ ਉਹਦਾ ਵੀ ਝੰਡਾ ਚਾ ਲੈਂਦੇ। ਤੁਹਾਡੇ ਆਪਾਂ ਹੁਣ ਕਿੰਨੇ ਦੇਖਦੇ ਹਾਂ, ਕਿੰਨੇ ਦੇਸ਼ਾਂ ਦੇ ਵਿੱਚ NRI ਨੇ ਨਾ, ਸੋ ਸਾਰਿਆਂ ਨੇ ਆਪਣੇ ਆਪਣੇ ਉੱਥੇ ਦੇਸ਼ਾਂ ਦੇ ਝੰਡੇ ਚੁੱਕੇ ਹੀ ਹੈ, ਤਾਂ ਚੁੱਕੇ ਕਿਉਂਕਿ ਉਸ ਦੇਸ਼ ਨੇ ਅਪਣਾਇਆ, ਇੱਜ਼ਤ ਸਨਮਾਨ ਦਿੱਤਾ, ਸਾਰਾ ਕੁਝ ਦਿੱਤਾ। ਇੱਥੇ ਕੀ ਹੈ, ਇੱਥੇ ਹੁਣ ਜਦੋਂ ਤੱਕ ਰਜਵੀ ਰੋਟੀ ਨਾ ਮਿਲੇਗੀ, ਟੁੱਕਰ ਨਾ ਮਿਲੇਗਾ, ਤੇ ਜ਼ਬਰਦਸਤੀ ਤੁਸੀਂ ਕਹਿ ਰਹੇ ਹੋ ਕਿ ਤਿਰੰਗਾ ਖਰੀਦੋ, ਉਹ ਕਿਹੜੀ ਦੇਸ਼ ਭਗਤੀ ਜਾਗੇਗੀ। ਸੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਹਨਾਂ ਨੇ ਤਾਂ ਪੱਤਰ ਜਾਰੀ ਕੀਤੇ ਹੋਇਆ ਕਿ ਜਿਹੜੇ ਸਕੂਲ ਮੁਖੀ ਆ ਉਹਨਾਂ ਤੋਂ ਪੈਸੇ ਲੈ ਜਾਣ, ਤੁਸੀਂ ਝੰਡੇ ਵੇਚੋ ਜਿੱਧਰ ਮਰਜ਼ੀ ਵੇਚੋ। ਇਹ ਕਿਹੜੀ ਗੱਲ ਹੈ? ਤਾਂ ਦੁਕਾਨਦਾਰੀ ਹੈ, ਇਹ ਦੁਕਾਨਦਾਰੀ ਹੈ। ਜੇ ਝੰਡੇ ਚਲੋ ਠੀਕ ਹੈ ਦੇਣੇ ਸੀਗੇ ਤਾਂ ਤੁਸੀਂ ਫ੍ਰੀ ਆਫ ਕਾਸਟ ਭੇਜੋ ਨਾ। ਜੇ 25 ਲੱਖ ਪੰਜਾਬ ਦੇ ਵਿੱਚ ਝੰਡਾ ਘੱਲਿਆ ਕੇਂਦਰ ਨੇ, ਤੇ ਤੁਸੀਂ ਆਪਦੇ ਪੈਸੇ ਜਿਹੜੇ ਆ, ਠੀਕ ਹੈ, ਆਪ ਭਰੋ, ਕਹੋ ਕਿ ਆਪ ਹੀ ਵੰਡ ਦਿਓ, ਡਿਸਟ੍ਰੀਬਿਊਸ਼ਨ ਕਰ ਦਿਓ ਇਹਨਾਂ ਦਾ। ਉਹ ਤਾਂ ਉਹੀ ਨਾ ਗੱਲ ਕਿ ਜਿਹੜਾ ਆਪਣੀ ਮਰਜ਼ੀ ਨਾਲ ਚਾਹੁੰਦਾ ਹੈ ਉਹ ਲੈ ਜਾਵੇ, ਲਾਵੇ, ਫਹਿਰਾਵੇ, ਜੋ ਮਰਜ਼ੀ ਕਰੇ, ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ। ਪਰ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਟੀਚਰਾਂ ਨੂੰ, ਪੰਚਾਇਤ ਅਫਸਰਾਂ ਨੂੰ, ਜਦੋਂ ਇੱਥੋਂ ਤੱਕ ਕਿ ਜਿਹੜੇ ਬੈਨੀਫਿਸ਼ਰੀ ਨੇ ਫ੍ਰੀ ਰਾਸ਼ਨ ਵਾਲੇ, ਤੁਸੀਂ ਉਹਨਾਂ ਨੂੰ ਵੀ ਧੱਕੇ ਨਾਲ ਵੇਚ ਰਹੇ, ਧੱਕੇ ਨਾਲ ਦੇ ਰਹੇ ਹੋ, ਤਾਂ ਫਿਰ ਬਿਲਕੁਲ ਇਹ ਚੀਜ਼ ਜਿਹੜੀ ਆ ਉਹ ਸਹੀ ਨਹੀਂ ਕਹੀ ਜਾ ਸਕਦੀ। ਜੀ। ਤੇ ਮਿੰਟੂ ਜੀ, ਚਰਚਾ ਤਾਂ ਇਹ ਵੀ ਆ ਵੀ ਇਵੈਂਚੁਅਲੀ ਕੁਛ ਖਾਸ ਜਿਹੜੇ ਬਣਾ ਰਹੇ ਆ ਉਹਨਾਂ ਦਾ ਫਾਇਦਾ ਕਰਾਉਣ ਦੇ ਲਈ ਆ, ਇਹ ਅਜੇ ਕੋਈ ਗੱਲ ਨਿਕਲੀ ਆ ਵੀ
ਇਹ ਝੰਡੇ ਬਣ ਨਹੀਂ ਕੇ ਆ ਕੇ ਝੰਡਾ ਤਾਂ ਮਲੇਰਕੋਟਲੇ ਦੇ ਵਿੱਚ ਆਪਣੀਆਂ ਮੁਸਲਮਾਨ ਬੀਬੀਆਂ ਵੀ ਬਣਾਈ ਜਾਂਦੀਆਂ ਨੇ। ਝੰਡੇ ਤਾਂ ਹੂੰ ਚਲੋ ਉਹ ਕੀ ਕੋਈ ਪਾਰਟਿਕੂਲਰ ਕਿਸੇ ਕੋਲ ਰਾਈਟ ਤਾਂ ਹੈ ਨਹੀਂ ਕਿ ਉਸੇ ਫਰਮ ਨੇ ਬਣਾਉਣਾ ਹੈ। ਹੂੰ ਉਹ ਤਾਂ ਆਪਾਂ ਦੇਖਦੇ ਹੀ ਹਾਂ, ਉਹ ਤਾਂ ਹੇਠਲੇ ਪੱਧਰ ਦਾ ਕਾਰੋਬਾਰ ਹੈ। ਗੱਲ ਉਹ ਨਹੀਂ ਹੈ। ਗੱਲ ਅਸਲ ਦੇ ਵਿੱਚ ਇਹ ਆ ਕਿ ਜਿਸ ਤਰੀਕੇ ਨਾਲ ਤੁਸੀਂ 2024 ਦਾ ਮੁੱਢ ਬੰਨ ਰਹੇ ਹੋ, ਪਰ ਉਹਦੇ ਵਿੱਚ ਕੀ ਹੈ ਕਿ ਕੁਝ ਚੀਜ਼ਾਂ ਬਹੁਤ ਗਲਤ ਨੇ। ਗਲਤ ਇਹੀ ਨੇ ਕਿ ਤੁਸੀਂ ਜ਼ਬਰਦਸਤੀ ਥੋਪ ਰਹੇ ਹੋ ਕਿ ਝੰਡਾ ਖਰੀਦਣਾ ਹੀ ਖਰੀਦਣਾ ਜਾਂ ਝੰਡਾ ਵੇਚਣਾ ਹੀ ਵੇਚਣਾ। ਇਹ ਤਾਂ ਦੁਕਾਨਦਾਰੀ ਹੋ ਗਈ ਨਾ, ਇਹ ਦੁਕਾਨਦਾਰੀ ਹੋ ਗਈ। ਦੇਸ਼ ਪ੍ਰੇਮ ਏਦਾਂ ਥੋੜੀ ਹੈ ਕਿ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ। ਇੰਨਾ ਤਾਂ ਕਰੋ ਕਿ ਹਾਂ ਬਈ ਠੀਕ ਹੈ, ਝੰਡਾ ਫ੍ਰੀ ਆਫ ਕਾਸਟ ਹੈ, ਫਲਾਣੀ ਥਾਂ ਤੇ ਸਟਾਕ ਹੈ, ਜਿਹੜਾ ਮਰਜ਼ੀ ਜਾ ਕੇ ਲਿਜਾਵੇ ਤੇ ਜਿਹੜਾ ਮਰਜ਼ੀ ਛੱਤ ਤੇ ਚੜਾਵੇ। ਇੱਥੇ ਤੇ ਕਈ ਕਰੋੜ ਐਸੇ ਵਿਅਕਤੀ ਨੇ ਜਿਨ੍ਹਾਂ ਦੇ ਕੋਲ ਆਪਣਾ ਕੋਈ ਘਰ ਨਹੀਂ, ਕੋਈ ਵੋਟਰ ਕਾਰਡ ਨਹੀਂ, ਕੋਈ ਟਿਕਾਣਾ ਨਹੀਂ, ਉਹ ਘਮੱਕੜ ਨੇ, ਉਹ ਸਿਰ ਤੇ ਲਾਈ ਫਿਰਦੇ ਝੰਡਾ। ਉਹ ਜੀ ਜੀ ਇੱਥੇ ਤਾਂ ਜ਼ਿਆਦਾ ਦੇਸ਼ ਭਗਤੀ ਲਾਉਣ ਵਾਲਾ ਨਹੀਂ, ਇੱਕ ਦੀ ਥਾਂ ਤੇ ਹੁਣ 10-10 ਵੀ ਲਾਉਣੇ ਆ ਵੀ ਅਸੀਂ ਇਹਨਾਂ ਤੋਂ ਵੀ ਵੱਡੇ ਦੇਸ਼ ਭਗਤ ਆ। ਇਹ ਵੀ ਬੜਾ ਚਲੋ ਲਾ ਲੈਣਾ, ਪਰ ਅੱਜ ਕਰਨਵੀਰ ਸਿੰਘ ਜੀ ਰੋਕਦੇ ਥੋੜੀ ਹੈ ਕਿਸੇ ਨੂੰ। ਪਰ ਆ ਜਿਹੜਾ ਚੰਨ ਚਾੜਦੇ ਪਏ ਆ ਜ਼ਬਰਦਸਤੀ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਗਲੀ ਮਿੰਟ 'ਚ ਗੱਲ ਕਰੀਏ, ਕੱਲ ਹੀ ਆਪਾਂ ਚਰਚਾ ਕਰ ਰਹੇ ਸੀ, ਉਹੀ ਹੋਇਆ ਦਿੱਲੀ 'ਚ ਭਖ ਗਿਆ ਜੀ ਮਾਮਲਾ। ਕਾਲਕਾ ਹੋਣਾ ਦੀ ਆਈ ਹੈ ਸਫਾਈ। ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਨਹੀਂ ਹੋਈ ਬੇਅਦਬੀ। ਖੈਰ ਦੇਖੋ, ਗੱਲ ਇਹ ਆ ਕਿ ਜੋ ਮਸਲਾ ਭਖਣਾ ਸੀਗਾ ਉਹ ਲੱਗਦਾ ਹੀ ਸੀਗਾ, ਇਮਕਾਨ ਸੀਗਾ, ਕਿਉਂਕਿ ਪਹਿਲਾਂ ਤਾਂ ਖਬਰਾਂ ਦੱਬੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜਿਵੇਂ ਵੀਡੀਓ ਸਰਕੂਲੇਟ ਹੋਈ, ਜਿਵੇਂ ਜਿਵੇਂ ਬਿਆਨ ਆਉਣੇ ਸਟਾਰਟ ਹੋਏ, ਤਾਂ ਫਿਰ ਇਹ ਮਾਮਲਾ ਜਿਹੜਾ ਉਹ ਪੂਰਾ ਸੇਕ ਫੜ ਗਿਆ। ਤਾਂ ਇਹਦੇ 'ਚ ਹੁਣ ਹਰਮੀਤ ਸਿੰਘ ਕਾਲਕਾ ਹੋਰਾਂ ਨੇ ਕਿਹਾ ਕਿ ਦੇਖੋ, ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਕੋਈ ਮਰਿਆਦਾ ਦੀ ਉਲੰਘਣਾ ਜਾਂ ਬੇਅਦਬੀ ਨਹੀਂ ਹੋਈ। ਜਿਹੜੇ ਕੁਝ ਬੰਦਿਆਂ ਕੋਲੋਂ ਤਮਾਕੂ ਆਦਿ ਫੜਿਆ ਗਿਆ ਹੈ, ਉਹ ਕਮੇਟੀ ਦੇ ਸੇਵਾਦਾਰਾਂ ਦੀ ਮੁਸਤੈਦੀ ਕਰਕੇ ਫੜਿਆ ਗਿਆ। ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਤੇ ਲੋਕਾਂ ਨੂੰ ਸਮਝਾਉਣ ਲਈ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਉੱਥੇ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਗਏ ਸਨ। ਬਿਲਕੁਲ ਉਹ ਇੱਕ ਵੀਡੀਓ 'ਚ ਨਜ਼ਰ ਆ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤਾਂ ਉਹ ਕਹਿੰਦੇ ਆ ਕਿ ਇਹ ਸਾਡਾ ਮੁੱਢਲਾ ਫਰਜ਼ ਆ, ਮਤਲਬ ਕਿ ਸਿੱਖ ਮਰਿਆਦਾ ਤੇ ਪਰੰਪਰਾਵਾਂ ਦੀ ਰੱਖਿਆ ਕਰੀਏ। ਤੇ ਨਾਲ ਉਹਨਾਂ ਨੇ ਕਿਹਾ ਕਿ ਦੂਸਰੇ ਸਾਡੇ ਸਿਆਸੀ ਵਿਰੋਧੀ ਸੌੜੀ ਰਾਜਨੀਤੀ ਕਰ ਰਹੇ ਆ। ਬਾਕੀ ਉਹ ਕਹਿੰਦੇ ਜੇ ਸਾਨੂੰ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਦੇਣ ਲਈ ਕਿਹਾ ਜਾਏਗਾ ਤਾਂ ਅਸੀਂ ਤਿਆਰ ਹਾਂ। ਦੂਜੇ ਪਾਸੇ ਜੇ ਦੇਖੀਏ ਤਾਂ ਕੱਲ ਸਰਨਿਆਂ ਨੇ ਪੀਸੀ ਕੀਤੀ ਇਸ ਮਾਮਲੇ 'ਚ। ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਮਾਮਲਾ ਪਖਣਾ ਹੀ ਪਖਣਾ ਹੈ। ਤਾਂ ਇਹਨਾਂ ਨੇ ਕਿਹਾ ਕਿ ਅਸਤੀਫੇ ਦਿਓ, ਜਿਹੜੇ ਪ੍ਰਬੰਧਕ ਨੇ ਕਮੇਟੀ ਵਾਲੇ, ਕਿ ਉਹ ਅਸਤੀਫਾ ਦੇਣ ਕਿ ਲੱਖੀ ਸ਼ਾਹ ਵਣਜਾਰਾ ਦੇ ਇਤਿਹਾਸ ਨੂੰ ਕਲੰਕਿਤ ਕਿਉਂ ਕਰ ਰਹੀ ਹੈ। ਮਤਲਬ ਕਿ ਇਹ ਕਹਿ ਰਹੇ ਆ ਕਿ ਉੱਥੇ ਜਿੰਨੇ ਆਏ ਸੀਗੇ ਸਭ ਦੀਆਂ ਜੇਬਾਂ 'ਚ ਬੀੜੀਆਂ, ਸਿਗਟਾਂ, ਜਰਦੇ, ਸਾਰਾ ਕੁਛ ਹੀ ਸੀਗਾ। ਤਾਂ ਮਤਲਬ ਕਿ ਕੁਛ ਰਿਪੋਰਟਾਂ ਇਹ ਵੀ ਨੇ ਕਿ ਯੂਜ਼ਿੰਗ ਵੀ ਹੋਈ, ਤੇ ਕੁਛ ਹੈ ਸੀ, ਕੋਲ ਹੈ। ਤੇ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ ਸਾਰਾ ਕੁਝ ਚੱਲ ਜਾਂਦਾ। ਇੱਕ ਵਾਰੀ ਅਕਾਲੀਆਂ ਨੇ ਰੈਲੀ ਰੱਖੀ ਸੀ ਇੱਧਰ ਬਾਰਡਰ ਏਰੀਏ ਤੇ, ਵੇਖਿਆ ਨਾ ਕਿ ਕਿੰਨੇ ਉਹ ਢੇਰ ਲੱਗੇ ਪਏ ਸੀਗੇ, ਤਲਾਸ਼ੀ ਕਰਕੇ ਜਾਂਦੇ ਸੀਗੇ ਜਦੋਂ। ਤੇ ਇਹ ਹੁਣ ਕਿਤੇ ਤੇ ਜ਼ੋਰ ਚਲਾਉਣ, ਪਰ ਗੱਲ ਇਹ ਆ ਕਿ ਬਹੁਤ ਮਾੜੀ ਗੱਲ ਹੈ ਨਾ ਕਿ ਤੁਸੀਂ ਪਹਿਲਾਂ ਅਵੇਅਰਨੈਸ ਜਿਹੜੀ ਆ ਉਹ ਕਰੋ, ਅਗਲੇ ਨੂੰ ਕਹੋ ਕਿ ਠੀਕ ਹੈ ਤੇਰੀ ਯੂਜ਼ਿੰਗ ਹੁੰਦੀ ਹੋਏਗੀ ਜਾਂ ਤੂੰ ਕਰਦਾ ਹੋਏਗਾ ਜਾਂ ਕੁਛ ਵੀ, ਇਹਨੂੰ ਬਾਹਰ ਰੱਖਿਆ। ਪਰ ਇਹ ਤਾਂ ਹੁਣ ਕਾਲਕਾ ਸਾਹਿਬ ਵੀ ਮੰਨ ਰਹੇ ਆ ਨਾ ਕਿ ਕੁਝ ਲੋਕਾਂ ਤੋਂ ਫੜਿਆ ਗਿਆ ਤੰਬਾਕੂ। ਹੁਣ ਇਹ ਤਾਂ ਹੁਣ ਸਾਫ਼ ਹੈ ਨਾ, ਸਪਸ਼ਟ ਹੈ ਵੀ ਇਹੋ ਜਿਹੇ ਸਮਾਗਮ ਦੇ ਵਿੱਚ ਇਸ ਤਰ੍ਹਾਂ ਦਾ ਇਹ ਵਰਤਾਰਾ ਹੀ ਜਿਹੜਾ ਆਪਣੇ ਆਪ ਦੇ ਵਿੱਚ ਬੜਾ ਸ਼ਰਮਨਾਕ ਆ। ਸੋ ਗੱਲ ਤੇ ਇਹ ਹੈ ਕਿ ਉਹਨਾਂ ਨੇ ਇਸ ਗੱਲ ਤੇ ਤਾਂ ਮੋਹਰ ਲਾ ਦਿੱਤੀ ਕਿ ਹਾਂ ਤੰਬਾਕੂ ਆਦਿਕ ਫੜਿਆ ਗਿਆ। ਹੁਣ ਜਿਹੜੀਆਂ ਕੁਝ ਵੀਡੀਓ ਨੇ, ਮਤਲਬ ਕਿ ਜਾਂ ਦਾਅਵੇ ਨੇ ਕਿ ਉੱਥੇ ਯੂਜ਼ਿੰਗ ਵੀ ਹੋਈ ਇੱਧਰ ਉੱਧਰ, ਇਹ ਵੀ ਹੋ ਸਕਦਾ ਜੀ ਕਿ ਇਹ ਨਾ ਹੋਈ ਹੋਵੇ, ਹੋ ਸਕਦਾ ਕਿ ਇਹ ਵੀ ਕਲੇਮ ਸੱਚ ਹੋਵੇ। ਪਰ ਜੋ ਵੀ ਹੈ, ਬੜੀ ਸ਼ਰਮਨਾਕ ਦੀ ਗੱਲ ਹੈ। ਚਲੋ ਸਾਡਾ ਫਰਜ਼ ਹੈ ਕਿ ਉਹਨਾਂ ਦਾ ਵੀ ਵਰਸ਼ਨ ਆਇਆ, ਅਸੀਂ ਉਹਨਾਂ ਦਾ ਵੀ ਵਰਸ਼ਨ ਸੁਣਾ ਦਿੱਤਾ ਆ ਕਿ ਉਹ ਕਹਿ ਰਿਹਾ ਕਿ ਬੇਅਦਬੀ ਨਹੀਂ ਹੋਈ, ਪਰ ਨਾਲ ਹੀ ਕਹਿ ਰਿਹਾ ਕਿ ਜੇ ਸਪਸ਼ਟੀਕਰਨ ਦੇਣਾ ਪਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਤਾਂ ਅਸੀਂ ਤਿਆਰ ਹਾਂ। ਪਰ ਇੱਧਰ ਇੱਕ ਵਕੀਲ ਨੇ ਸਿੱਖ ਪਰਿਵਾਰ ਦੇ ਵਿੱਚੋਂ ਬੀਬੀ ਨੀਨਾ ਸਿੰਘ, ਉਹਨਾਂ ਨੇ ਵੀ ਮੇਰੇ ਖਿਆਲ ਦੇ ਨਾਲ ਸਪਸ਼ਟੀਕਰਨ ਮੰਗਿਆ। ਇਹ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ, ਕਾਫੀ ਜ਼ਿਆਦਾ ਮਤਲਬ ਕਿ ਇਹ ਸਿੱਖ ਮਾਮਲਿਆਂ ਦੇ ਵਿੱਚ ਬੋਲਦੇ ਚੱਲਦੇ ਨੇ। ਇਹਨਾਂ ਨੇ ਵੀ ਮੁੱਦਾ ਚੁੱਕਿਆ। ਤਾਂ ਕਹਿਣ ਦਾ ਭਾਵ ਹੈ ਕਿ ਮੁੱਦਾ ਇਹ ਕਾਫੀ ਪੱਕਿਆ। ਪਰ ਇਸ ਤੋਂ ਇਲਾਵਾ ਕਾਲਕਾ ਸਾਹਿਬ ਨੇ ਨੋਟੇਬਲ ਗੱਲ ਜਿਹੜੀ ਹੈ, ਕਾਲਕਾ ਸਾਹਿਬ ਨੇ ਜੋ ਮਤਲਬ ਕਿ ਸ਼ਹੀਦਾਂ ਦੇ ਕਰੈਕਟਰ ਉਹਨਾਂ ਨੇ ਚਿਤਰਨ ਕਰਕੇ ਉਹ ਪੇਸ਼ ਕੀਤੇ ਨੇ, ਮੇਰੇ ਖਿਆਲ ਦੇ ਨਾਲ ਉਹਦੇ ਤੇ ਕੋਈ ਸਫਾਈ ਨਹੀਂ ਦਿੱਤੀ ਅਜੇ ਕਿਉਂ ਹੋਇਆ ਤੇ ਜਾਂ ਅਣਜਾਣ ਆਪਣੇ ਦੇ ਵਿੱਚ ਸਭ ਕੁਝ ਕਰ ਦਿੱਤਾ ਗਿਆ, ਕਿਉਂਕਿ ਇਸ ਤਰ੍ਹਾਂ ਦੀ ਮਨਾਹੀ ਹੈ ਨਾ, ਤੁਹਾਨੂੰ ਪਤਾ ਹੈ
ਜੀ ਜੀ ਦਾ ਕੋਈ ਬੁਨਿਆਦੀ ਕੋਈ ਵੀ ਆਰਟਿਸਟ ਇਸ ਤਰ੍ਹਾਂ ਦਾ ਕਰੈਕਟਰ ਪਲੇ ਨਹੀਂ ਕਰ ਸਕਦਾ। ਸਿੱਖ ਧਰਮ ਦੇ ਵਿੱਚ ਅਲਾਓ ਨਹੀਂ ਕਰਦੇ, ਠੀਕ ਹੈ, ਕਈ ਧਰਮਾਂ ਦੇ ਵਿੱਚ allow ਕਰਦੇ ਆ। ਹੁਣ ਜਿਵੇਂ ਆਪਾਂ ਸਨਾਤਨ ਚ ਦੇਖਦੇ ਹਾਂ, ਹਿੰਦੂ ਚ ਦੇਖਦੇ ਹਾਂ ਕਿ ਉਹ ਮਤਲਬ ਰਾਮਲੀਲਾ ਦਾ ਉਹਨਾਂ ਦਾ ਹੈਗਾ ਨਾ ਕਨਸੈਪਟ, ਕੋਈ ਪ੍ਰੋਬਲਮ। ਕੁਝ ਧਰਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਮਨਾਹੀ ਹੁੰਦੀ ਹੈ, ਤਾਂ ਉਹਦੇ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਇਹਨਾਂ ਨੇ ਕਿ ਕੀ ਉਹ ਸਾਰਾ ਕੁਛ ਹੈ ਜਿਹੜਾ ਮਰਿਆਦਾ ਦੇ ਦਾਇਰੇ ਚ ਹੋਇਆ ਜਾਂ ਉਹ ਫਿਰ ਵਰਜਿਤ ਜਿਹੜਾ ਦਾਇਰਾ, ਸੋ ਇਹਦੇ ਤੇ ਕੋਈ ਸਪਸ਼ਟੀਕਰਨ ਨਹੀਂ ਹੈ। ਜੀ ਜੀ ਜੀ। ਅਗਲੀ ਗੱਲ ਜੇ ਆਪਾਂ ਮਿੰਟੂ ਜੀ ਕਰਦੇ ਜਾਈਏ ਤਾਂ ਹਾਈਵੇ ਘਟਾਲੇ ਦੀ ਜਿਹੜੀ ਰਿਪੋਰਟ ਆ ਸੌਂਪੀ ਗਈ ਆ, ਕਈ ਖੁਲਾਸੇ। ਹਾਂਜੀ, ਇਹ ਤਾਂ ਸਾਫ਼ ਹੀ ਹੈ ਕਿ ਪੰਜਾਬ ਦੇ ਵਿੱਚੋਂ ਜਿੱਥੋਂ ਜਿੱਥੋਂ ਹਾਈਵੇ ਲੰਘੇਗਾ, ਜਿੱਥੇ ਜਿੱਥੇ ਜ਼ਮੀਨ ਐਕਵਾਇਰ ਹੋਏਗੀ, ਉੱਥੇ ਉੱਥੇ ਕਰਪਸ਼ਨ ਦੇ ਰੁੱਖ ਉੱਗੀ ਆਉਣੇ। ਦੂਜੇ ਰੁੱਖ ਤੇ ਝਟਕਾ ਦਿੱਤੇ ਜਾਂਦੇ, ਵਿਕਾਸ ਹੈ ਨਾ, ਤੇ ਜਿਹੜੇ ਕਰਪਸ਼ਨ ਦੇ ਰੁੱਖ ਆ ਉਹ ਉੱਥੇ ਸਾਈਡਾਂ ਤੇ ਉੱਗ ਪੈਂਦੇ ਆ। ਇਹ ਆਪਾਂ ਪਿਛਲੇ ਮੇਰੇ ਖਿਆਲ ਦੇ ਨਾਲ ਤਕਰੀਬਨ 7 ਸਾਲ ਤੋਂ ਖਬਰਾਂ ਕਰਦੇ ਆ, 6-7 ਸਾਲ ਤੋਂ ਮਸਲਸਲ ਲਗਾਤਾਰ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ, ਚਾਹੇ ਉਹ ਹੁਸ਼ਿਆਰਪੁਰ ਦੇ ਲਾਗਿਓਂ ਨਿਕਲਿਆ ਹੋਵੇ, ਸੰਗਰੂਰ ਦੇ ਲਾਗਿਓਂ ਨਿਕਲਿਆ ਹੋਵੇ, ਇਸ ਤਰ੍ਹਾਂ ਦੇ ਕਪੜੇ ਨਿਕਲਦੇ ਆਉਂਦੇ ਆ। ਤੇ ਦਿੱਲੀ ਅੰਮ੍ਰਿਤਸਰ का एक्सप्रेस वे बहुत बड़ा एक कह लो कि बना रहे ने मार्ग, सड़की मार्ग बना रहे हैं, बहुत चौड़ा, बहुत लंबा। वैसे तो पंजाब ਦੇ ਵਿੱਚ ਇਜਾਜ਼ ਵੀ ਸੀ ਨਾ ਕਿ ਇਸ ਤਰੀਕੇ ਨਾਲ ਸੜਕਾਂ ਬਣ ਰਹੀਆਂ, 23-24 ਤੱਕ ਜਦੋਂ ਤੁਸੀਂ ਇੱਧਰ ਫਿਰਾਂਗੇ ਤਾਂ ਤੁਹਾਨੂੰ ਹਾਈਵੇ ਦਾ ਜਾਲ ਬਣਿਆ ਪੂਰਾ ਨਜ਼ਰ ਆਏਗਾ। ਤਾਂ ਉਹਦੇ ਚ ਕੀ ਹੈ ਕਿ ਜਿੰਨੇ ਜ਼ਿਆਦਾ ਬਣ ਰਹੇ ਨੇ, ਵੈਸੇ ਚਲੋ ਕਨੈਕਟੀਵਿਟੀ ਵੱਧ ਰਹੀ ਹੈ, ਇਹਨਾਂ ਦਾ ਮੇਨ ਜ਼ੋਰ ਇਸੇ ਗੱਲ ਤੇ ਕਿ ਕਸ਼ਮੀਰ ਹੈ, ਇਹ ਆਪਣੇ ਵਾਲੀ ਸਾਈਡ, ਇਹਨੂੰ ਗੁਜਰਾਤ ਜਾਂ ਬੰਬੇ ਤੱਕ, ਦਿੱਲੀ ਤੱਕ, ਬੰਗਾਲ ਤੱਕ ਆਸਾਨੀ ਨਾਲ ਜੋੜ ਦਿੱਤਾ ਜਾਵੇ। ਇਹ ਪ੍ਰੋਜੈਕਟ ਹੈ, ਚਲੋ ਇਹ ਵਿਕਾਸ ਦੇ ਨਾਮ ਤੇ ਚੀਜ਼ਾਂ ਚੱਲਦੀਆਂ ਨੇ। ਪਰ ਜਦੋਂ ਜ਼ਮੀਨ ਐਕਵਾਇਰ ਹੁੰਦੀ, ਪਹਿਲੀ ਗੱਲ ਤੇ ਆਪਣੀ ਇੱਥੇ ਇੱਕ ਸਮੱਸਿਆ ਹੈ ਕਿ ਜ਼ਮੀਨ ਦੇ ਮੁੱਲ ਨੂੰ ਲੈ ਕੇ ਬਹੁਤ ਰੌਲਾ ਪੈਂਦਾ ਹੈ। ਕਿਸਾਨ ਕਹਿੰਦੇ ਆ ਕਿ ਅਸੀਂ ਉਜੜ ਰਹੇ ਹਾਂ, ਸਾਡੇ ਉਜਾੜੇ ਦਾ ਸਹੀ ਭਾਅ ਨਹੀਂ ਮਿਲ ਰਿਹਾ ਸਾਨੂੰ, ਸਾਡੀ ਜ਼ਮੀਨ ਖਰਾਬ ਹੋ ਰਹੀ, ਉਹ ਵੀ ਆਪਾਂ ਸੰਘਰਸ਼ ਦੇਖਦੇ ਹਾਂ। ਤਾਂ ਦੂਸਰਾ ਮਸਲਾ ਹੁੰਦਾ ਕਿ ਜਦੋਂ ਜ਼ਮੀਨ ਐਕਵਾਇਰ ਕਰ ਲਈ, ਇੱਕ ਅਵਾਰਡ ਦੇਣਾ ਹੁੰਦਾ। ਅਵਾਰਡ ਦਾ ਮਤਲਬ ਕਿ ਪੈਸਾ ਧੇਲੇ ਦਾ ਜਿਹੜਾ ਹਿਸਾਬ ਕਿਤਾਬ ਸਾਰਾ ਅਗਲੇ ਨਾਲ ਨੱਕੀ ਕਰਨਾ ਹੈ। ਤਾਂ ਇਸ ਮਾਮਲੇ ਦੇ ਵਿੱਚ ਕੀ ਹੋਇਆ ਕਿ ਕੁਝ ਅੰਮ੍ਰਿਤਸਰ ਏਰੀਏ ਦੇ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਇੱਥੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਕੁਝ ਗੜਬੜੀ ਹੋਈ ਹੈ ਕਥਿਤ ਤੌਰ ਤੇ। ਇਹਦੇ ਵਿੱਚ ਜਿਹੜੇ ਏਡੀਸੀ ਆ ਉਹਨਾਂ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਆ। ਮੇਰੇ ਖਿਆਲ ਦੇ ਨਾਲ ਇਹਦੇ ਵਿੱਚ 5-6 ਮਾਮਲਿਆਂ ਨੂੰ ਉਜਾਗਰ ਕੀਤਾ ਗਿਆ। ਖਾਸ ਤੌਰ ਤੇ ਜਿਵੇਂ ਪਹਿਲਾ ਨੰਬਰ ਜੇ ਤੁਸੀਂ ਦੇਖੋਗੇ ਕਿ ਜਿਵੇਂ ਸਾਂਝੇ ਖਾਤੇ ਹੁੰਦੇ, ਮੁਸ਼ਰਕਾ ਖਾਤਾ ਕਹਿੰਦੇ ਜਿਹਨੂੰ, ਚੱਬਾ ਪਿੰਡ ਆ, 3 ਭਰਾਵਾਂ ਦੇ ਨਾਮ ਤੇ ਸਾਂਝੀ ਜ਼ਮੀਨ ਆ, ਤੇ ਉਹਦੇ ਚ ਇੱਕ ਨੂੰ ਮੁਆਵਜ਼ਾ ਦਿੱਤਾ ਗਿਆ, ਦੂਜਿਆਂ ਨੂੰ ਕੁਝ ਵੀ ਨਹੀਂ ਮਿਲਿਆ ਮੁਸ਼ਰਕਾ ਖਾਤੇ ਦੇ ਵਿੱਚ, ਸਾਂਝਾ ਖਾਤਾ ਜਿਹਨੂੰ ਆਪਾਂ ਕਹਿ ਲਈਏ। ਫਿਰ ਪੰਡੌਰੀ ਵੜੈਚ ਦਾ ਇੱਕ ਮਾਮਲਾ ਨਿਕਲਿਆ, ਉੱਥੇ 14 ਭਾਈਵਾਲ ਸੀਗੇ ਤੇ ਜ਼ਮੀਨ ਸੀ ਸਾਰੀ 1.25 ਕਿੱਲਾ, ਮਤਲਬ ਕਿ ਵੀ ਸਾਂਝਾ ਖਾਤਾ ਆ ਗਿਆ ਹੋਵੇਗਾ ਨਾ। 5 ਕਨਾਲ ਐਗਰੀਕਲਚਰ ਦਾ ਮੁਆਵਜ਼ਾ ਦਿੱਤਾ ਗਿਆ, ਇਹ ਵੀ ਜੁਆਇੰਟ ਖਾਤਾ ਹੋ ਗਿਆ। ਅੱਛਾ, ਦੂਜਿਆਂ ਨੂੰ ਤਾਂ ਕੁਝ ਨਹੀਂ ਮਿਲਿਆ, 13 ਇੱਕ ਨੂੰ 6 ਕਰੋੜ 70 ਲੱਖ ਰੁਪਇਆ ਪਾ ਦਿੱਤਾ ਗਿਆ, ਹਿਸਾਬ ਲਾ ਲਓ, ਮਤਲਬ ਕਿ 5 ਕਨਾਲਾਂ ਦਾ 6 ਕਰੋੜ 70 ਲੱਖ ਰੁਪਇਆ। ਇਹ ਹੈਰਾਨ ਕਰਦਾ ਹੈ ਨਾ। ਫਿਰ ਇਸੇ ਤਰ੍ਹਾਂ ਮੁਰਾਦਪੁਰਾ ਪਿੰਡ ਦਾ ਮਸਲਾ ਹੈ, ਇੱਥੇ 6 ਕਿੱਲੇ ਜ਼ਮੀਨ ਸੀਗੀ, 6 ਕਿੱਲੇ ਜ਼ਮੀਨ ਦੇ ਵਿੱਚ ਇਹਨਾਂ ਨੇ 1 ਏਕੜ ਦਾ ਮੇਰੇ ਖਿਆਲ ਦੇ ਨਾਲ 2 ਕਰੋੜ 30 ਲੱਖ ਪਾ ਦਿੱਤਾ, ਸ਼ਾਇਦ ਇੱਕ ਨੂੰ, ਮਤਲਬ ਕਿ 2 ਕਰੋੜ 30 ਲੱਖ ਪਾ ਦਿੱਤਾ, ਪਰ ਦੂਸਰੇ ਨੂੰ 1 ਕਰੋੜ 30 ਲੱਖ, ਤੇ ਤੀਜੇ ਨੂੰ ਇਹਨਾਂ ਨੇ ਸਿਰਫ ਦਿੱਤਾ ਹੈ ਮੇਰੇ ਖਿਆਲ ਦੇ ਨਾਲ 1,99,000 ਕੁਛ ਇਸ ਤਰ੍ਹਾਂ ਦੀ ਰਕਮ ਦਿੱਤੀ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਨੂੰ ਤਾਂ 2 ਲੱਖ ਮਿਲ ਰਿਹਾ, ਇੱਕ ਨੂੰ ਮਿਲ ਰਿਹਾ 1 ਕਰੋੜ 30 ਲੱਖ, ਦੂਜੇ ਨੂੰ ਮਿਲ ਰਿਹਾ 2 ਕਰੋੜ 30 ਲੱਖ। ਖਾਤਾ ਸਾਂਝਾ ਹੈ, ਬਿਲਕੁਲ ਹਿੱਸਾ ਬਰਾਬਰ 6 ਕਿੱਲੇ ਜ਼ਮੀਨ ਹੈ। ਤਾਂ ਇਹ ਕਈ ਚੀਜ਼ਾਂ ਨੇ ਜਿਹੜੀਆਂ ਪੁਆਇੰਟ ਆਊਟ ਕੀਤੀਆਂ ਗਈਆਂ ਨੇ, ਕਥਿਤ ਤੌਰ ਤੇ ਇਸ ਗੜਬੜੀ ਵੱਲ ਇਸ਼ਾਰਾ ਕਰਦੀਆਂ ਨੇ ਤੇ ਰਿਪੋਰਟ ਸੌਂਪ ਦਿੱਤੀ ਗਈ ਹੈ। ਦੂਸਰੇ ਪਾਸੇ ਜਿਸ ਐਸਡੀਐਮ ਦਾ ਜ਼ਿਕਰ ਆ, ਉਹ ਕਹਿੰਦਾ ਕਿ ਇਹ ਜ਼ਿਮੀਂਦਾਰਾਂ ਨੇ ਮੇਰੇ ਤੇ ਦੋਸ਼ ਲਾਏ, ਮੈਂ ਇਹਨਾਂ ਤੇ ਕੇਸ ਕਰੂੰਗਾ, ਇਹ ਕੇਸ ਪਹਿਲਾਂ ਹੀ ਹਾਈ ਕੋਰਟ ਚੱਲਦੇ ਸੀ, ਫਲਾਣੇ ਕੋਰਟ ਚੱਲਦੇ ਸੀ, ਇਹ ਇਨਵੈਸਟੀਗੇਸ਼ਨ ਹੋ ਹੀ ਨਹੀਂ ਸਕਦੀ, ਜਾਨੀ ਉਹ ਆਪਣੇ ਤਰਕ ਦੇ ਰਿਹਾ ਵਾ। ਤਾਂ ਇਸ ਤਰ੍ਹਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਮਲਾ ਬਹੁਤ ਹੀ ਗੁੰਝਲਦਾਰ ਤੇ ਬਹੁਤ ਹੀ ਸੰਗੀਨ ਨਜ਼ਰ ਆਉਂਦਾ ਹੈ। ਪਰ ਜੋ ਵੀ ਹੈ, ਇਹ ਪੂਰੇ ਇੰਡੀਆ ਦੀ ਕਹਾਣੀ ਹੈ,
ਇੰਡੀਆ ਦੀ ਕਹਾਣੀ ਹੈ ਰਾਜ ਕਰਨਵੀਰ ਜੀ ਕਿ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਦਾਅ ਲੱਗਦਾ ਹੈ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਕੀਤੀ ਜਾਂਦੀ ਹੈ, ਬਹੁਤ ਵੱਡੇ ਪੱਧਰ ਤੇ ਧਾਂਦਲੀ ਕੀਤੀ ਜਾਂਦੀ ਹੈ। ਕਈ ਵਾਰ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਕਰਪਸ਼ਨ ਵਾਲੇ ਕੇਸ ਉਹ ਕਈ 100 ਕਰੋੜ ਤੱਕ ਪਹੁੰਚ ਜਾਂਦੇ। ਜੀ 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 ਬਿਲਕੁਲ ਕਰਪਸ਼ਨ ਦੀ ਇੱਥੇ ਅੱਛਾ, ਕੋਈ ਪਿੱਛੇ ਜੇ ਇਸੇ ਮਾਝੇ ਚੋਂ ਨਾ ਇੱਕ BSDM ਹੈ, ਉਹ ਕਾਫੀ ਵਿਵਾਦਤ ਵੀ ਰਹੀ ਹੈ। ਜੀ ਕਮਾਲ ਦੀ ਗੱਲ ਹੈ ਕਿ ਉਹਦੇ ਭਰਾ ਦੀ ਜ਼ਮੀਨ ਵੀ ਨਹੀਂ ਆਉਂਦੀ ਤੇ ਉਹਦੇ ਖਾਤੇ 'ਚ ਵੀ 70-80 ਲੱਖ ਰੁਪਇਆ ਪਾ ਦਿੱਤਾ ਸੀ। ਸਹੀ ਹੈ। तो ये कई तरह के कह लो कि मामले ने पंजाब ਦੇ ਵਿੱਚ। हाँ जी ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਿਹਾਰ ਵਿੱਚ ਪੰਜਾਬ ਪੁਲਿਸ ਰੇਡਾਂ ਮਾਰ ਰਹੀ ਆ। ਕਹਿੰਦੇ ਵਜ੍ਹਾ ਸੁਣ ਕੇ ਸਾਰੇ ਹੋ ਜਾਣਗੇ ਜੀ ਹੈਰਾਨ, ਕੀ ਸੀ ਜੀ ਵਜ੍ਹਾ? ਵਜ੍ਹਾ ਇਹ ਆ ਕਿ ਦੇਖੋ ਜਿਹੜੀਆਂ ਇੱਕ ਤਾਂ ਥ੍ਰੈਟ ਕਾਲ ਆ ਰਹੀਆਂ ਨੇ ਪੰਜਾਬ ਦੇ ਵਿੱਚ ਜ਼ਿਆਦਾਤਰ ਡਾਕਟਰ ਨੂੰ ਜਾਂ ਵਿਧਾਇਕਾਂ ਨੂੰ, ਸਾਬਕਾ ਵਿਧਾਇਕਾਂ ਨੂੰ, ਉਹ ਬਿਹਾਰ ਦੇ ਵਿੱਚ ਆ ਰਹੀਆਂ। ਉੱਥੇ ਬੰਦੇ ਫੜੇ ਜਾ ਰਹੇ ਆ। ਹੁਣ ਤੱਕ ਮੇਰੇ ਖਿਆਲ ਦੇ ਨਾਲ ਅੱਧੀ ਦਰਜਨ ਦੇ ਕਰੀਬ ਬੰਦੇ ਫੜੇ ਗਏ। ਹੁਣ ਜਿਹੜੀ ਗੱਲ ਮਤਲਬ ਕਿ ਇੱਥੋਂ ਬਿਹਾਰ ਚੋਂ ਨਿਕਲ ਕੇ ਆ ਰਹੀ ਹੈ, ਲੋਕਲ ਰਿਪੋਰਟਾਂ ਦੱਸਦੀਆਂ ਨੇ ਕਿ ਪੰਜਾਬ ਪੁਲਿਸ ਉੱਥੇ ਲਗਾਤਾਰ ਰੇਡਾਂ ਕਰ ਰਹੀ ਹੈ। ਉਹਦਾ ਕਾਰਨ ਇੱਕ ਨਜ਼ਰ ਇਹ ਆ ਰਿਹਾ, STF ਹੈ ਸ਼ਾਇਦ, ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ, ਉਹ ਇਸ ਕਰਕੇ ਰੇਡਾਂ ਮਾਰ ਰਹੀ ਹੈ ਕਿ ਕੁਝ ਬੰਦੇ ਇਧਰੋਂ ਨੱਸ ਕੇ, ਮਤਲਬ ਕਿ ਜਿਹੜੇ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਜ਼ਿੰਮੇਵਾਰੀ ਲੈਣ ਵਾਲੇ ਇਹ ਮੁਲਜ਼ਮ ਨੇ, ਇਹਨਾਂ ਦੇ ਜਿਹੜੇ ਕਰੀਬੀ ਆ, ਮਤਲਬ ਕਿ ਰਾਈਟ ਹੈਂਡ ਕਹਿ ਲਓ ਜਾਂ ਲੈਫਟ ਹੈਂਡ ਕਹਿ ਲਓ, ਕੁਛ ਵੀ ਕਹਿ ਲਓ, ਇਹ ਇੱਥੋਂ ਨੱਸ ਕੇ ਬਿਹਾਰ 'ਚ ਚਲੇ ਗਏ। ਅੱਛਾ, ਬਿਹਾਰ ਦੇ ਵਿੱਚ ਉਹਨਾਂ ਨੇ ਸਰਵਾਈਵਲ ਵਾਸਤੇ, ਹੁਣ ਬੰਦਾ ਫਰਾਰ ਹੋਇਆ, ਤੁਹਾਨੂੰ ਪਤਾ ਆਪਣਾ ਤਾਂ ਚਲਾਉਣਾ ਹੀ ਹੈ, ਜੀਵਨ ਤੇ ਚਲਾਉਣਾ ਹੈ। ਇਹਨਾਂ ਨੇ ਕਿਉਂਕਿ ਬਿਹਾਰ ਦੇ ਵਿੱਚ ਹੈ ਸ਼ਰਾਬਬੰਦੀ ਆ, ਦੇਖੋ ਕ੍ਰਿਮੀਨਲ ਸਾਈਕੀ ਕਿੱਦਾਂ ਕੰਮ ਕਰਦੀ ਆ, ਜਾਨੂੰ ਕਿਤੇ ਵੀ ਜਾ ਸਕਦੇ। ਤਾਂ ਕੁਝ ਬੰਦੇ ਬਿਹਾਰ 'ਚ ਪਹੁੰਚਦੇ ਨੇ ਤੇ ਉੱਥੇ ਉਹ ਸ਼ਰਾਬ ਸਮਗਲਿੰਗ ਵੀ ਸ਼ੁਰੂ ਕਰ ਦਿੰਦੇ ਆ। ਕੱਲੀ ਸਮਗਲਿੰਗ ਸ਼ਰਾਬ ਵੀ ਨਹੀਂ, ਮਤਲਬ ਕਿ ਨਾਲ ਲਾ ਲਓ ਕਿ ਫਿਰ ਐਸਾ ਨੈਟਵਰਕ ਵੀ ਖੜਾ ਕਰ ਦਿੰਦੇ ਨੇ ਜਿਹੜਾ ਕਿ ਉੱਥੋਂ ਥ੍ਰੈਟ ਕਰਕੇ, ਉੱਥੋਂ ਦੇ ਬੈਂਕ ਖਾਤੇ ਯੂਜ਼ ਕਰਕੇ ਇੱਥੋਂ ਕੁਝ ਪੈਸੇ ਵਸੂਲ ਵੀ ਕਰ ਰਿਹਾ ਹੋਵੇਗਾ ਜਾਂ ਧਮਕੀ ਦੇ ਰਿਹਾ ਜਾਂ ਧਮਕਾ ਰਿਹਾ। ਸੋ ਇਹ ਆ ਮਾਮਲਾ, ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਤੁਸੀਂ ਦੇਖੋ ਕਿ ਕਿੱਥੋਂ ਕਿੱਥੇ ਚਲੇ ਜਾਂਦੇ ਨੇ ਭੱਜ ਕੇ। ਤਾਂ ਹੁਣ ਸਪੈਸ਼ਲ ਟਾਸਕ ਫੋਰਸ ਨੇ ਪੈਰ ਜ਼ਰੂਰ ਨੱਪੀ ਹੈ, ਪਰ ਇਹਦੇ ਵਿੱਚ ਦੂਜਾ ਐਂਗਲ ਵੀ ਆ ਗਿਆ ਕਿ ਸ਼ਰਾਬ ਦੀ ਸਮਗਲਿੰਗ। ਇਹਦਾ ਮਤਲਬ ਇਹ ਆ ਕਿ ਹੋ ਸਕਦਾ ਕੋਈ ਡਿਸਟਿਲਰੀ ਵਾਲਾ, ਜਾਂ ਹੋ ਸਕਦਾ ਹੈ ਕਿ ਇੱਧਰੋਂ ਚੰਡੀਗੜ੍ਹ ਤੋਂ ਜਾਂ ਹੋਰ ਕਿਸੇ ਸਟੇਟ ਤੋਂ ਟਰੱਕਾਂ ਦੇ ਹਿਸਾਬ ਨਾਲ ਵੀ ਸ਼ਰਾਬ ਜਾਂਦੀ। ਉਹ ਤੇ ਜਾਂਦੀ ਹੈ, ਗੁਜਰਾਤ 'ਚ ਵੀ ਜਾਂਦੀ ਹੈ, ਬਿਹਾਰ 'ਚ ਵੀ ਜਾਂਦੀ ਹੈ। ਸ਼ਰਾਬਬੰਦੀ 'ਚ ਉੱਥੇ ਬਲੈਕ ਬਹੁਤ ਜ਼ਿਆਦਾ ਹੁੰਦੀ ਹੈ। ਪਰ ਇੱਕ ਨਵਾਂ ਐਂਗਲ ਨਿਕਲਿਆ, ਇੱਥੋਂ ਕੁਝ ਬੰਦੇ ਨੱਸ ਕੇ ਪੰਜਾਬ ਤੋਂ ਉੱਥੇ ਜਾ ਕੇ ਨੈਟਵਰਕ ਦੋਵੇਂ ਤਰ੍ਹਾਂ ਦਾ ਚਲਾ ਰਿਹਾ, ਸ਼ਰਾਬ ਦੀ ਬਲੈਕ ਵੀ ਕਰ ਰਹੇ ਆ ਤੇ ਨਾਲ ਉੱਥੋਂ ਇਸ ਤਰ੍ਹਾਂ ਦਾ ਨੈਟਵਰਕ ਜਿਹੜਾ ਕਿ ਧਮਕੀਆਂ ਦੇ ਕੇ ਪੈਸੇ ਵਸੂਲ ਕਰਨ ਦਾ ਯਤਨ ਕਰਦਾ, ਉਹ ਵੀ ਆਪਰੇਟ ਕਰ ਰਹੇ ਨੇ। ਜੀ ਜੀ ਇਹਦੇ ਤੇ ਹੀ ਕੁਛ ਇਦਾਂ ਦਾ ਜਮਤਾਰਾ ਕਰਕੇ ਇੱਕ ਬਣੀ ਸੀ ਨਾ ਵੀ ਜਦੋਂ ਸਕੈਮ ਕਾਲਾਂ ਤੇ ਗਏ ਉਹ ਕੁਛ ਉਦੋਂ ਵੀ ਉਹ ਦੂਸਰੇ ਉਹ ਥ੍ਰੈਟ ਨਹੀਂ ਕਰਦੇ, ਉਹ ਥ੍ਰੈਟ ਨਹੀਂ ਕਰਦੇ, ਉਹ ਭਰਮਾਉਂਦੇ ਨੇ ਜਮਤਾਰਾ। ਉਹ ਇੱਕ ਪਿੰਡ ਹੈ ਝਾਰਖੰਡ ਦੇ ਵਿੱਚ, ਉਹ ਤੁਹਾਨੂੰ ਭਰਮਾਉਂਦੇ ਨੇ, ਮਤਲਬ ਕਿ ਉਹਨਾਂ ਨੇ ਆਪਣਾ ਡਾਟਾ ਚੱਕਣਾ, ਬਲਕ ਦੇ ਵਿੱਚ ਡਾਟਾ ਚੱਕਣਾ। ਹਾਂਜੀ, ਉਹਦੇ ਵਿੱਚ ਫੋਨ ਉਹਨਾਂ ਨੇ ਕਰੀ ਜਾਣੇ। ਜਿਹੜਾ ਕੋਈ ਉਹੋ ਜਿਹਾ ਸੂਤ ਆ ਗਿਆ ਜਿਹੜਾ ਅਵੇਅਰ ਨਹੀਂ ਹੈ ਕਿ ਆ ਤੁਹਾਡਾ ਜੀ OTP ਆਇਆ ਜੀ, ਤੁਹਾਨੂੰ ਤੁਹਾਡੀ ਐਡੀਸ਼ਨ ਲੱਗੀ ਹੈ। ਐਡੀਸ਼ਨ ਦਾ ਵੀ ਸਾਡਾ ਡਾਟਾ ਹੈ ਨਾ ਸਾਰਾ, ਕਿਉਂਕਿ ਅੱਜ ਕੱਲ੍ਹ ਆਪਾਂ ਛਤਰੀਆਂ ਯੂਜ਼ ਕਰਦੇ ਹਾਂ। ਤੁਸੀਂ ਆਪਣੇ ਪੰਜਾਬ 'ਚ ਜਦੋਂ ਆਉਂਦੇ ਆਪਾਂ ਦੇਖਦੇ ਨਿੱਕੀ ਛਤਰੀਆਂ ਲੱਗੀਆਂ ਤੁਹਾਡੇ, ਤਾਂ ਉਹ ਜਿਹੜੀਆਂ ਕੰਪਨੀਆਂ ਸਰਵਿਸ ਪ੍ਰੋਵਾਈਡਰ ਉਹਨਾਂ ਤੋਂ ਡਾਟਾ ਲੈ ਲੈਂਦੇ ਆ ਤੇ ਬੜੀ ਆਸਾਨੀ ਨਾਲ ਫੋਨ ਕਾਲ ਕਰਕੇ ਕਹਿੰਦੇ ਕਿ ਤੁਹਾਡਾ ਚੈਨਲ ਦਾ ਪੈਕ ਖਤਮ ਹੋ ਗਿਆ, ਕਿਉਂਕਿ ਉਧਰੋਂ ਪੈਕ ਖਤਮ ਹੋਇਆ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਆਹ ਪੈਕ ਚੱਲ ਰਿਹਾ। ਤਾਂ ਉਹ ਕਈ ਵਾਰ ਬੰਦਾ ਉਲਝ ਜਾਂਦਾ, ਜਾਂ ਕਹਿ ਦਿੰਦੇ ਕਿ ਐਕਸਟਰਾ ਚੈਨਲ ਆਇਆ ਤੁਹਾਨੂੰ ਆਫਰ 'ਚ ਤੇ ਤੁਸੀਂ ਚਲਾਉਣਾ ਤੇ OTP ਹੈ, ਬਸ ਉਹ ਏਦਾਂ ਰੱਖਦੇ। ਜੀ ਅਗਲੀ ਗੱਲ ਕਰੀਏ ਤੇ ਹੁਣ ਰੇਲਵੇ ਦੀ ਹੀ ਨੱਪੀ ਜ਼ਮੀਨ ਦਾ ਮਾਮਲਾ ਨਿਕਲਿਆ ਹੈ। ਬਿਲਕੁਲ, ਤੁਸੀਂ ਵੀ ਅੱਜ 90 ਮੁੱਦੇ ਇਹੋ ਜਿਹੇ ਕੱਢੀ ਜਾ ਰਹੇ ਹੋ ਜ਼ਮੀਨਾਂ ਨਾਲ ਜੁੜੀ। ਖੈਰ ਗੱਲ ਇਹ ਆ ਕਿ ਇਹ ਰੇਲਵੇ ਦੀ ਜ਼ਮੀਨ ਬਹੁਤ ਪਈ ਹੈ ਇੰਡੀਆ 'ਚ, ਬਹੁਤ। ਇਹ ਵੇਚਣਗੇ, ਇੱਕ ਗੱਲ ਮੇਰੀ ਯਾਦ ਰੱਖ, ਨਰਿੰਦਰ ਮੋਦੀ ਸਾਹਿਬ ਉਹਦੀ ਵੇਚਣਗੇ, ਇਹ ਰੇਲਵੇ ਵਾਲਾ ਕੰਮ ਵੀ ਚੱਕਣਗੇ। ਦੇਖੀ ਜਾਇਓ, ਇਹ ਜਿਹੜੀ ਜ਼ਮੀਨ ਹੈ ਨਾ, ਇਹ ਜ਼ਮੀਨ 1-2 ਸਾਲ ਦੀ ਪਰਾਉਣੀ ਹੈ। ਜਿਵੇਂ ਉਹ ਚਮਕੀਲਾ ਨਾ 2.5 ਦਿਨ ਦੀ ਪਰਾਉਣੀ ਹੈ ਤੇ ਤੂੰ ਐਵੇਂ ਨਾ ਜਿੰਦੇ ਮਾਰ ਕਰੀ, ਇਹ ਬਸ ਆਪਾਂ ਜ਼ਮੀਨ ਨੂੰ ਕਹਿ ਸਕਦੇ ਹਾਂ, ਜੱਜਾ ਜ਼ਮੀਨ ਤੇ ਜੱਜਾ ਦੇ ਅੰਦਰ, ਇਹ ਜਾਏਗੀ।
ਇਹਦੀ ਹੁਣ ਖੈਰ ਨਹੀਂ ਹੈਗੀ। ਅੱਛਾ, ਗੱਲ ਕੀ ਹੈ ਕਿ ਇਹ ਮਾਮਲਾ ਹੈਗਾ ਆਪਣੇ ਪੰਜਾਬ ਦੇ ਵਿੱਚ ਮੁਕੇਰੀਆਂ ਦਾ ਮਸਲਾ ਹੈ, ਤੇ ਜਿੱਥੇ ਇੱਕ ਰੇਲਵੇ ਕਰਮਚਾਰੀ ਨੇ, ਜਦੋਂ ਇਹਨਾਂ ਨੇ ਨਾ ਇੱਕ ਮੁਹਿੰਮ ਚੱਲਦੀ ਪਈ ਹੈ ਇਹਨਾਂ ਦੀ, ਇਹਦੇ ਵਿੱਚ ਰੇਲਵੇ ਵਾਲੀ ਜਗ੍ਹਾ ਤੇ ਜ਼ਮੀਨ ਚ ਮਤਲਬ ਕਿ ਲਾਈ ਜਾ ਰਹੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹਰਿਆਣੀ ਨਹਿਰ ਦੇ ਤਹਿਤ ਬੂਟਿਆਂ ਸਾਰੇ ਮਤਲਬ ਭਰੀ ਜਾ ਰਹੀ ਹੈ ਜਗ੍ਹਾ। ਤਾਂ ਜਦੋਂ ਇੱਥੇ ਲਾਉਣ ਪਹੁੰਚੇ ਕਰਮਚਾਰੀ, ਤੇ ਉੱਥੇ ਤੇ ਪੱਠਾ ਦੱਥਾ ਫਸਲਾਂ ਝੂਮਦੀਆਂ ਨਜ਼ਰ ਆਈਆਂ। ਉਹਨਾਂ ਨੇ ਆਖਿਆ ਕਿ ਅਸੀਂ ਬੂਟੇ ਲਾਈਏ ਤੇ ਲਾਈਏ ਕਿੱਥੇ, ਇੱਥੇ ਤੇ ਫਸਲਾਂ ਜਿਹੜੀਆਂ ਉਹ ਰੇਲ ਵਾਲੀ ਪਰੜੀ ਦੇ ਗਾਡਰ ਤੱਕ ਜਿਹੜੀਆਂ ਪਈਆਂ ਨੇ, ਲਾਈਏ ਕਿੱਥੇ। ਫਿਰ ਇਹ ਮਾਮਲਾ ਜਦੋਂ ਪੋਲਾ ਫਾਲੀ ਚ ਗਿਆ ਤੇ 25 ਏਕੜ ਜ਼ਮੀਨ, ਮਰਬਾ ਜ਼ਮੀਨ ਦਾ ਨੱਪੀ ਬੈਠਾ ਸੀ ਰੇਲਵੇ ਕਰਮਚਾਰੀ। ਮਰਬਾ ਮੁਕੇਰੀਆਂ ਚ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਦਾ ਹੋਏਗਾ। ਇਹ ਹੁਣ ਗਾਂ ਕਹੀ ਜਾਂਦਾ, ਮਤਲਬ ਕਿ ਇਹਦਾ ਭਰਾ ਜਿਹੜੇ ਕਬਜ਼ਾਧਾਰੀ ਨੇ ਉਹ ਕਹਿੰਦੇ ਜੀ ਅਸੀਂ ਇਹ 2015 ਚ ਲੀਜ਼ ਤੇ ਲਈ ਸੀ, 7000 ਕਿੱਲੇ ਦਾ ਕਿਰਾਇਆ ਦਿੰਦੇ ਆ ਰੇਲਵੇ ਨੂੰ। ਕਮਾਲ ਦੀ ਗੱਲ ਹੈ ਕਿ ਰੇਲਵੇ ਲੀਜ਼ ਤੇ ਜ਼ਮੀਨਾਂ ਦੇ ਰਿਹਾ ਫਸਲ ਵਾਸਤੇ, ਤੇ ਦੂਜੇ ਪੰਜਾਬੀਆਂ ਨੂੰ ਪਤਾ ਹੀ ਨਹੀਂ, ਇਹਨਾਂ ਨੇ ਦੱਸਿਆ ਹੀ ਨਹੀਂ, ਕਮਬਖਤਾਂ ਨੇ ਦੂਜਿਆਂ ਨੂੰ ਵੀ ਦੱਸ ਦਿੰਦੇ। ਗਾਂ ਸਾਰੀ ਤੋੜ ਲਾਈਨ ਦੇ ਨਾਲ ਲੀਜ਼ ਤੇ ਮਿਲਦੀ ਪਈ, ਗਾਂ ਲਈ ਚਲੋ ਸਾਰੀ ਲੈ ਲੈਂਦੇ। ਹੱਦ ਹੋ ਗਈ ਹੈ। ਤੇ ਇਹ ਕਹਿੰਦੇ ਜੀ ਹੁਣ ਸਾਡੇ ਤੇ ਨਜਾਇਜ਼ ਪਰਚਾ ਹੋ ਗਿਆ। ਚਲੋ ਇਹ ਵੀ ਵਰਸ਼ਨ ਸਾਡਾ ਦੱਸਣਾ ਫਰਜ਼ ਬਣਦਾ, ਪਰ ਆਪ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਇੱਥੇ ਪੰਚਾਇਤੀ ਜ਼ਮੀਨਾਂ ਨੂੰ ਰੋਂਦੇ ਆ, ਤੇ ਇੱਥੇ ਤੇ ਰੇਲਵੇ ਵਾਲੀਆਂ ਜ਼ਮੀਨਾਂ ਵੀ ਸੁਰੱਖਿਅਤ ਨਹੀਂ ਹੈਗੀਆਂ, ਤੇ ਰੇਲਵੇ ਕਰਮਚਾਰੀ ਨੱਪੀ ਬੈਠੇ ਆ। ਹੁਣ ਇਹ ਪੰਜਾਬ 'ਚ ਪਤਾ ਨਹੀਂ ਕਿੰਨੇ ਕੁ ਮਾਮਲੇ ਹੋਣਗੇ, ਆਲ ਓਵਰ ਇੰਡੀਆ 'ਚ ਕਿੰਨੇ ਕੁ ਮਾਮਲੇ ਹੋਣਗੇ। ਤਾਂ ਇਸੇ ਕਰਕੇ ਮੈਂ ਕਹਿੰਦਾ ਕਿ ਉਹ ਕਹਿਣਗੇ ਕਿ ਨਾ ਰਹੇਗਾ ਵਾਸ ਤੇ ਨਾ ਬਚੇਗੀ ਵਾਸ। ਆਪਾਂ ਜ਼ਮੀਨ ਚੱਕ ਦਿੰਦੇ ਆ ਕਿਉਂਕਿ ਕਬਜ਼ੇ ਬਹੁਤ ਹੁੰਦੇ ਨੇ, ਲੋਕ ਨੱਪ ਲੈਂਦੇ ਜ਼ਮੀਨ। ਪਹਿਲਾਂ ਹੀ ਸਾਰੀਆਂ ਦੀਆਂ ਸਾਰੀਆਂ ਕਿਸੇ ਹੋਰ ਨੂੰ ਦੇਈ ਜਾਓ, ਇਹਨਾਂ ਨੇ ਛੱਡਣਾ ਕੱਖ ਨਹੀਂ ਜੀ। ਵਸੂਲੀ ਏਜੰਟਾਂ ਲਈ RBI ਨੇ ਕੀਤੀ ਸਖਤ ਗਾਈਡਲਾਈਨ ਜਾਰੀ ਜੀ। ਦੇਖੋ ਇਹ ਕੀ ਹੈ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਮਾਈਕਰੋ ਫਾਈਨੈਂਸ ਜਾਂ ਇਸ ਤਰ੍ਹਾਂ ਦੀਆਂ ਥਰਡ ਪਾਰਟੀ ਫਰਮਾਂ ਵੀ ਆ ਗਈਆਂ ਨੇ ਬਾਜ਼ਾਰ ਦੇ ਵਿੱਚ। ਐਪ ਦੇ ਜ਼ਰੀਏ ਨਾ ਅੱਜ ਕੱਲ ਦਿੰਦੀਆਂ ਲੋਨ ਥਰਡ ਪਾਰਟੀ ਏਜੰਸੀਆਂ। ਤਾਂ ਹੁੰਦਾ ਕੀ ਹੈ ਕਿ ਜਦੋਂ ਲੋਨ ਦੇ ਦਿੱਤਾ ਜਾਂਦਾ ਹੈ, ਵੈਸੇ ਤੁਸੀਂ ਇਹ ਸਾਰਾ ਕੁਝ ਬਿਹਤਰ ਜਾਣਦੇ ਹੋ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਬਿਜ਼ਨਸ ਹੈ ਲੋਨ ਦੇਣਾ, ਲੋਨ ਲੈਣਾ, ਸਾਰਾ ਕਾਰੋਬਾਰ ਇਹਦੇ ਵਿੱਚ ਚੱਲਦਾ ਹੈ। ਤਾਂ ਗੱਲ ਕੀ ਹੈ ਕਿ ਇੱਥੇ ਇੰਡੀਆ 'ਚ ਇੱਕ ਵੱਖਰੀ ਕਿਸਮ ਦੀ ਗੁੰਡਾਗਰਦੀ ਚੱਲਦੀ ਹੈ। ਚਲੋ ਠੀਕ ਆ, ਕਰਜ਼ਾ ਲਿਆ, ਕਰਜ਼ਾ ਦੇਣਾ ਬਣਦਾ। ਜੋ ਆਪਾਂ ਮਤਲਬ ਕਿ ਇੱਕ ਐਗਰੀਮੈਂਟ ਕਰਦੇ ਹਾਂ ਬੈਂਕ ਦੇ ਨਾਲ ਜਾਂ ਫਰਮ ਦੇ ਨਾਲ ਕਿ ਇੰਨੇ ਇੰਟਰਸਟ ਦੇ ਨਾਲ ਮੈਂ ਇੰਨੀਆਂ ਕਿਸ਼ਤਾਂ 'ਚ ਮੋੜੂੰਗਾ, ਮੋੜਨਾ ਬਣਦਾ ਕਿਉਂਕਿ ਕਾਰੋਬਾਰ ਬੈਂਕਿੰਗ ਸੈਕਟਰ ਦੇ ਦਿਨ ਚੱਲਦੇ ਨੇ। ਪਰ ਜਦੋਂ ਵੱਡੇ ਨਹੀਂ ਮੋੜਦੇ ਫਿਰ ਛੋਟੇ ਕਹਿੰਦੇ ਕਿ ਸਾਡਾ ਕੀ ਕਰ ਲੈਣਗੇ। ਏਦਾਂ ਹੀ ਇਸ ਮੁਲਕ ਦੇ ਵਿੱਚ ਹੁਣ ਤੁਸੀਂ ਦੇਖਿਆ ਕਿ 10 ਲੱਖ ਕਰੋੜ ਦਾ ਰਾਈਟ ਆਫ ਕੀਤਾ ਇਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਪਿਛਲੇ 5 ਸਾਲਾਂ 'ਚ ਵੱਡੇ ਖਾਤੇ 'ਚ ਪਾ ਦਿੱਤਾ, ਜਿਹੜਾ ਕਿ ਵੱਡੇ ਘਰਾਂ ਲਈ ਹੈ ਜ਼ਿਆਦਾਤਰ। ਤਾਂ ਖੈਰ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਗਾਈਡਲਾਈਨ ਜਾਰੀ ਹੋਈ ਹੈ ਇਸ ਕਰਕੇ ਹੋਈ ਹੈ ਕਿਉਂਕਿ ਜਿਹੜੇ ਇਹਨਾਂ ਨੇ ਗਾਂ ਏਜੰਟ ਰੱਖੇ, ਏਜੰਟ ਇੱਕ ਫਿਲਮ ਵੀ ਆਈ ਸੀਗੀ ਅਜੇ ਦੱਤ ਦੀ, ਨੂੰ ਨਾਮ ਭੁੱਲ ਗਿਆ, ਸ਼ਾਇਦ EMI ਕੁਛ ਐਸਾ ਫਿਲਮ ਦਾ ਨਾਮ ਸੀ। ਤੇ ਇਹ ਵਸੂਲੀ ਏਜੰਟ ਜਿਹੜੇ ਹੁੰਦੇ ਨੇ ਇਹਨਾਂ ਕਰਕੇ ਬਹੁਤ ਰਫੜ ਪੈਂਦਾ। ਮਤਲਬ ਕਿ ਕਈ ਵਾਰ ਜਦੋਂ ਜਾਂਦੇ ਨੇ ਕਿਸੇ ਦਾ ਟਰੈਕਟਰ ਚੁੱਕਣ ਪੈ ਗਿਆ, ਸਕੂਟਰ ਚੁੱਕਣ ਪੈ ਗਿਆ, ਬੰਦਾ ਹੋਇਆ, ਉਹ ਕਈ ਵਾਰ ਸਪਰੇ ਪੀ ਲਈ ਜਾਂ ਜ਼ਹਿਰ ਹੈ ਤਾਂ ਮਰਨ ਦਾ ਯਤਨ ਕਰਦਾ, ਫਾਹ ਲੈ ਲਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸ਼ਿਕਾਇਤਾਂ ਨੇ ਇੰਡੀਆ 'ਚ। ਹੁਣ RBI ਨੇ ਕਹਿ ਦਿੱਤਾ ਕਿ ਗੱਲ ਸੁਣੋ ਮਿੱਤਰੋ, ਸਵੇਰੇ 7 ਤੋਂ ਸ਼ਾਮ ਦੇ 7-8 ਤੱਕ ਤਾਂ ਤੁਸੀਂ ਠੀਕ ਹੈ ਕਿਸੇ ਨੂੰ ਕਾਲ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਕਾਲ ਵੀ ਨਹੀਂ ਕਰਨੀ, ਕਿਸੇ ਨੂੰ ਧਮਕਾ ਨਹੀਂ ਸਕਦੇ ਤੁਸੀਂ। ਸੋ ਕਾਫੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਸਤਾਰਤ ਗਾਈਡਲਾਈਨ ਜਾਰੀ ਕੀਤੀ ਆ ਕਿ ਇਦਾਂ ਤੁਸੀਂ ਲੋਕਾਂ ਨੂੰ ਤੰਗ ਨਹੀਂ ਜੇ ਕਰ ਸਕਦੇ। ਤੇ ਦੂਜੇ ਪਾਸੇ ਗੱਲ ਇਹ ਆ ਕਿ ਚਲੋ ਗਾਈਡਲਾਈਨ ਤੇ ਜਾਰੀ ਕਰ ਦਿੱਤੀ ਆ, ਪਰ ਜਿੰਨਾ ਕੁ ਮੈਨੂੰ ਯਾਦ ਹੈ 2003 ਤੋਂ ਬਾਅਦ ਸ਼ਾਇਦ ਇਹਨਾਂ ਨੇ 2 ਦਰਜਨ ਵਾਰੀ ਇਸ ਤਰ੍ਹਾਂ ਦੀਆਂ ਗਾਈਡਲਾਈਨਾਂ ਜਿਹੜੀਆਂ ਜਾਰੀ ਕੀਤੀਆਂ ਨੇ। ਕਿਉਂਕਿ ਜਦੋਂ ਅੱਗੇ ਕੋਈ ਫੈਸਲਾ ਐਗਜ਼ੀਕਿਊਟਿਵ ਦੀ ਸਹੀ ਢੰਗ ਨਾਲ ਕਰਨਾ, ਅਮਲ 'ਚ ਹੀ ਨਹੀਂ ਲਿਆਉਣਾ, ਤੇ ਫਿਰ ਉਹਦਾ ਫਾਇਦਾ ਕੀ ਹੈ। ਇਹ ਸਾਰਾ ਕੁਝ ਹੁੰਦਾ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਆ, ਜਦੋਂ ਪ੍ਰਾਈਵੇਟ ਫਰਮਾਂ ਤੋਂ ਕਿਸੇ ਨੇ ਲੋਨ ਲਿਆ ਤੇ ਉਸ ਤੋਂ ਬਾਅਦ ਜਦੋਂ ਵਸੂਲੀ ਵਾਸਤੇ ਗਏ, ਝਗੜਾ ਹੋਇਆ ਜਾਂ ਜਲਾਲਤ ਹੋਈ ਤੇ ਬੰਦੇ ਜ਼ਹਿਰ ਪੀ ਗਏ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਲਾਗੂ ਕਰਨੀਆਂ ਚਾਹੀਦੀਆਂ ਕਿ ਤੁਸੀਂ ਕਿਸੇ ਨੂੰ ਸਦਮੇ 'ਚ ਨਹੀਂ ਲਿਜਾ ਸਕਦੇ, ਤੁਸੀਂ ਇੰਨਾ ਮਾਨਸਿਕ ਦਬਾਅ ਨਹੀਂ ਪਾ ਸਕਦੇ ਕਿ ਬੰਦਾ ਆਪਣੇ ਆਪ ਨੂੰ ਖਤਮ ਕਰ ਲਵੇ। ਪਰ ਇਹਦੇ ਵਾਸਤੇ ਸਰਕਾਰਾਂ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਹਨਾਂ ਨੂੰ ਵੀ ਇੱਕ
कह लो कि मैकेनिज्म बनाना पड़ेगा इस मुद्दे पे। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ ਮਿਲਦੇ ਹਾਂ ਜੀ ਅਗਲੀ ਵਾਰ ਮਿਹਰਬਾਨੀ ਸਤਿ ਸ਼੍ਰੀ ਅਕਾਲ सत श्री अकाल जी। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA